ਚਬਰ ਛਤਰ ਤਖਤ ਦੇ ਮਾਲਕ, ਗੱਦੀ ਤੇ ਸੁਭਾਏ ਮਾਨ ਸਾਹਿਬ ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ, ਆਪ ਸਰਬੱਤ ਸੰਗਤਾਂ ਵਡਭਾਗੇ ਬਣੇ ਹੋ, ਜਿਨ੍ਹਾਂ ਦੇ ਉੱਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ, ਜਿਸ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਅੱਜ ਦੇ ਪਾਵਨ ਹੁਕਮਨਾਮੇ ਬਖਸ਼ਿਸ਼ ਕੀਤੇ ਨੇ, ਜੈਤ ਸ੍ਰੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਪਹਿਲੇ ਘਰ ਸੁਰ ਤਾਲ ਦੇ ਅੰਦਰ ਗਾਇਨ ਕੀਤਾ ਹੈ ਤੇ 4 ਪਦੇ 4 ਪੌੜੀਆਂ ਵਾਲਾ ਇਹ ਪਾਵਨ ਸ਼ਬਦ ਹੈ। ਹਜੂਰ ਨੇ ਸ਼ਬਦ ਦਾ ਸਰਲੇਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੋਂ ਆਰੰਭ ਕੀਤਾ ਕਿ ਪ੍ਰਮਾਤਮਾ ਇੱਕ ਹੈ, ਅਦਵੈਤ ਸਰੂਪ ਹੈ, ਉਸ ਇੱਕ ਦੀ ਹੋਂਦ ਸਤ ਹੈ, ਉਸ ਇੱਕ ਨੂੰ ਕੇਵਲ ਗੁਰੂ ਦੀ ਕਿਰਪਾ ਨਾਲ ਜਾਣਿਆ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਦੇ ਮੇਰੇ ਹੀਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਦੋਂ ਗੁਰੂ ਨੇ ਕਿਰਪਾ ਕਰਕੇ ਮੇਰੇ ਮਸਤਕ ਦੇ ਉੱਪਰ, ਮੇਰੇ ਸਿਰ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਿਆ, ਗੁਰੂ ਦਾ ਕੀਮਤੀ ਰਤਨਾਂ ਤੋਂ ਕੀਮਤ ਜਿਹੜਾ ਨਾਮ ਸੀ, ਗੁਰੂ ਦਾ ਸੱਚਾ ਗਿਆਨ ਸੀ, ਉਹ ਮੇਰੇ ਮਨ ਦੇ ਅੰਦਰ, ਮੇਰੇ ਹਿਰਦੇ ਦੇ ਅੰਦਰ ਆ ਕੇ ਵਸ ਗਿਆ। ਸਾਡੇ ਮਨਾਂ ਦੇ ਅੰਦਰ ਗੁਰੂ ਦਾ ਸ਼ਬਦ ਕਿਉਂ ਨਹੀਂ ਵਸਦਾ? ਆਮ ਕਰਕੇ ਕਈ ਵਾਰੀ ਦੋ ਗਿਆਨੀ ਬੰਦੇ ਵੀ ਬੈਠੇ ਗੱਲਾਂ ਕਰਦੇ, ਕਹਿੰਦੇ ਵੀ ਜਦੋਂ ਤੇ ਮਨ ਟਿਕਿਆ ਹੁੰਦਾ ਹੈ ਬੜਾ ਆਨੰਦ ਆਉਂਦਾ ਹੈ ਬਾਣੀ ਪੜ੍ਹਨ ਦਾ, ਤੇ ਜਦੋਂ ਮਨ ਟਿਕਦਾ ਨਹੀਂ ਉਦੋਂ ਕਈ ਵਾਰੀ ਮਨ ਪਰੇਸ਼ਾਨ ਹੁੰਦਾ ਹੈ ਤੇ ਬਾਣੀ ਪੜ੍ਹਨ ਨੂੰ ਦਿਲ ਨਹੀਂ ਕਰਦਾ। ਇਸੇ ਤਰ੍ਹਾਂ ਇੱਕ ਆਮ ਬੰਦਾ ਉਹ ਵੀ ਕਹਿੰਦਾ ਵੀ ਮੈਨੂੰ ਚਲੋ ਬਹੁਤਾ ਗਿਆਨ ਤੇ ਨਹੀਂ, ਪਰ ਇਹ ਮੈਨੂੰ ਵੀ ਇੰਨਾ ਕੁ ਪਤਾ ਹੈ ਕਿ ਮਨ ਟਿਕਿਆ ਹੋਵੇ ਤੇ ਫੇਰ ਹੀ ਬਾਣੀ ਪੜ੍ਹਨ ਦਾ ਆਨੰਦ ਆਉਂਦਾ ਹੈ, ਮਨ ਟਿਕਿਆ ਹੋਵੇ ਤੇ ਫੇਰ ਹੀ ਗੁਰੂ ਦੀ ਬਾਣੀ ਸੁਣਨ ਦਾ ਆਨੰਦ ਆਉਂਦਾ ਹੈ। ਹੁਣ ਹਰ ਬੰਦਾ ਮਨ ਤੋਂ ਪਰੇਸ਼ਾਨ ਹੈ, ਹਰ ਬੰਦਾ ਚਾਹੁੰਦਾ ਹੈ ਕਿ ਮਨ ਟਿਕੇ ਤੇ ਫਿਰ ਮੈਂ ਰੱਬ ਦਾ ਨਾਮ ਲਵਾਂ, ਹਰ ਬੰਦਾ ਚਾਹੁੰਦਾ ਹੈ ਕਿਤੇ ਮਨ ਟਿਕ ਜਾਵੇ ਤੇ ਫਿਰ ਮੈਨੂੰ ਉਹ ਆਨੰਦ ਆਵੇ। ਪਰ ਮਨ ਟਿਕਣ ਦੇ ਵਾਸਤੇ ਚਾਹੀਦਾ ਕੀ ਹੈ? ਪਹਿਲਾਂ ਮਨ ਦੇ ਵਿੱਚ ਕੁਝ ਸੰਕਲਪ ਹੈ। ਇੱਕ ਰਾਜਨੇਤਾ, ਰਾਜ ਲੀਡਰ, ਉਹਦੇ ਮਨ ਦੇ ਵਿੱਚ ਸੰਕਲਪ ਇਹ ਚੱਲਦਾ ਹੈ ਵੀ ਜੀ ਤੇ ਮੇਰਾ ਵੀ ਕਰਦਾ ਬਾਣੀ ਪੜ੍ਹਾਂ, ਪਰ ਐਰਕੀ ਕਿਤੇ ਮੈਂ ਆਹ ਸੀਟ ਇਲੈਕਸ਼ਨ ਜਿੱਤ ਜਾਵਾਂ, ਕਿਤੇ ਮੁੱਖ ਮੰਤਰੀ ਦੀ ਕੁਰਸੀ ਮਿਲ ਜਾਵੇ ਤੇ ਫਿਰ ਮੈਂ ਵੀ ਰੱਬ ਦਾ ਨਾਂ ਲਿਆ ਕਰਾਂ। ਦੁਨੀਆ ਦੇ ਵਿੱਚ ਰਹਿਣ ਵਾਲਾ ਆਮ ਸਮਾਜਿਕ ਤੌਰ ਤੇ ਇੱਕ ਇਨਸਾਨ ਉਹ ਕਹਿੰਦਾ ਜੀ ਤੇ ਮੇਰਾ ਵੀ ਕਰਦਾ, ਮੇਰਾ ਮਨ ਟਿਕ ਜਾਵੇ, ਬਾਣੀ ਪੜ੍ਹਿਆ ਕਰਾਂ, ਪਰ ਕਿਤੇ ਘਰ ਬਣ ਜਾਵੇ ਨਾ, ਫਿਰ ਮਹਾਰਾਜ ਦਾ ਇੱਕ ਕਮਰਾ ਵੱਖਰਾ ਬਣਾ ਕੇ ਉਹਦੇ ਵਿੱਚ ਬਹਿ ਕੇ ਰੱਬ ਦਾ ਨਾਂ ਲਿਆ ਕਰਾਂਗੇ। ਕਿਤੇ ਜਿਹਦੇ ਬੱਚੇ ਥੋੜ੍ਹੇ ਜਿਹੇ ਜਵਾਨ ਹੈ ਉਹ ਕਹਿੰਦਾ ਮਨ ਤੇ ਮੇਰਾ ਵੀ ਕਰਦਾ ਬਾਣੀ ਪੜ੍ਹਾਂ, ਜੀ ਤੇ ਕਰਦਾ ਹੈ ਕਿ ਮਨ ਟਿਕ ਜਾਵੇ, ਪਰ ਬੱਚੇ ਕਿਸੇ ਪਾਸੇ ਨਹੀਂ ਲੱਗਦੇ, ਬੱਚੇ ਕਿਤੇ ਸੈੱਟ ਹੋ ਜਾਂਦੇ ਆ, ਬੱਚੇ ਕਿਤੇ ਆਪਣੇ ਕਾਰੋਬਾਰ ਤੇ ਲੱਗਦੇ ਆ ਤੇ ਫਿਰ ਟੈਨਸ਼ਨ ਫਰੀ ਹੋ ਕੇ ਕਿਤੇ ਬਾਣੀ ਪੜ੍ਹਿਆ ਕਰਾਂਗੇ। ਇੱਕ ਬੰਦੇ ਦੇ ਸਿਰ ਦੇ ਉੱਪਰ ਕਰਜ਼ਾ ਹੈ, ਉਹ ਕਹਿੰਦਾ ਮਨ ਤੇ ਮੇਰਾ ਵੀ ਕਰਦਾ ਬਾਣੀ ਪੜ੍ਹਾਂ, ਪਰ ਕਰਾਂ ਕੀ, ਕਰਜ਼ਾ ਟਿਕਣ ਨਹੀਂ ਦਿੰਦਾ। ਜਦੋਂ ਬਾਣੀ ਪੜ੍ਹੀ ਦੀ ਹੈ
ਤੇ ਉਹ ਅੰਦਰ ਜਿਹੜਾ ਉਹ ਕਰਜ਼ੇ ਦੀਆਂ ਗੱਲਾਂ ਜਿਨ੍ਹਾਂ ਦਾ ਦੇਣਾ ਦਵਾਉਣਾ ਹੈ ਉਹ ਵਿਚਾਰ ਆ ਜਾਂਦੇ ਹੈ, ਮਨ ਭਟਕ ਜਾਂਦਾ ਹੈ, ਮਨ ਅਸ਼ਾਂਤ ਹੋ ਜਾਂਦਾ ਹੈ, ਫਿਰ ਮਨ ਪਰੇਸ਼ਾਨ ਹੋ ਜਾਂਦਾ ਹੈ, ਫਿਰ ਪੜ੍ਹਨ ਨੂੰ ਜੀ ਨਹੀਂ ਕਰਦਾ। ਹੁਣ ਹਰ ਬੰਦਾ ਮਨ ਦੀਆਂ ਪਰੇਸ਼ਾਨੀਆਂ ਲੈ ਕੇ ਬੈਠਾ ਹੈ ਤੇ ਹਰ ਬੰਦਾ ਇਹ ਚਾਹੁੰਦਾ ਹੈ ਕਿ ਇਹ ਪਰੇਸ਼ਾਨੀਆਂ ਦੂਰ ਹੋ ਜਾਣ ਤੇ ਫਿਰ ਮੈਂ ਰੱਬ ਦਾ ਨਾਮ ਲਵਾਂ। ਹਰ ਬੰਦੇ ਦੇ ਮਨ ਦੇ ਅੰਦਰ ਇਹੀ ਹੈ। ਸਾਡੀ ਹਾਲਤ ਉਸ ਜ਼ਿਮੀਂਦਾਰ ਵਰਗੀ ਹੈ ਜਿਹਦੀਆਂ 2 ਬੱਚੀਆਂ ਦੋਵੇਂ ਵਿਆਹੀਆਂ ਗਈਆਂ। ਕੁਝ ਸਮੇਂ ਦੇ ਬਾਅਦ ਘਰਵਾਲੀ ਨੂੰ ਕਹਿੰਦਾ ਮੈਂ ਪਤਾ ਲੈ ਆਵਾਂ ਦੋਹਾਂ ਧੀਆਂ ਦਾ, ਇੱਕ ਮਾਲਵੇ ਵਾਲੇ ਪਾਸੇ ਸੀ ਤੇ ਇੱਕ ਦੁਆਬੇ ਵਾਲੇ ਪਾਸੇ। ਪਹਿਲਾਂ ਦੁਆਬੇ ਵਾਲੀ ਕੋਲ ਗਿਆ, ਪੁੱਛਿਆ ਵੀ ਪੁੱਤ ਕਿਵੇਂ ਹੈ, ਕੀ ਹਾਲ ਚਾਲ ਹੈ। ਉਹ ਆਂਦੀ ਪਾਪਾ ਹਾਲ ਚਾਲ ਕਾਹਦਾ ਵਾ, ਜੇ ਮੀਂਹ ਆ ਗਿਆ ਤੇ ਸਾਡਾ ਟੱਬਰ ਭੁੱਖਾ ਮਰ ਜੂ। ਉਹ ਆਂਦਾ ਉਹ ਕਿਉਂ? ਕਹਿੰਦਾ ਭਾਂਡੇ ਬਣਾ ਕੇ ਆਵੇ ਦੇ ਵਿੱਚ ਲਾਏ ਹੈ ਤੇ ਆਵੇ ਨੂੰ ਹੁਣ ਅੱਗ ਲਾਈ ਹੈ ਤੇ ਜੇ ਮੀਂਹ ਆ ਗਿਆ ਤੇ ਆਵਾ ਠੰਡਾ ਹੋ ਜਾਣਾ, ਬੁੱਝ ਜਾਣਾ ਤੇ ਭਾਂਡੇ ਰਹਿ ਜਾਣੇ ਕੱਚੇ, ਤੇ ਕਰਜ਼ਾ ਚੁੱਕ ਕੇ ਮਿੱਟੀ ਮੁੱਲ ਲੈ ਕੇ ਭਾਂਡੇ ਬਣਾਏ ਸੀ, ਸਾਡਾ ਤੇ ਸਾਰਾ ਟੱਬਰ ਭੁੱਖਾ ਮਰ ਜੂ, ਕਰਜ਼ਾ ਚੜ੍ਹ ਜਾਣਾ, ਅਸੀਂ ਨਹੀਂ ਬਚਦੇ। ਫਿਰ ਮਾਲਵੇ ਵਾਲੀ ਵੱਲ ਗਿਆ, ਪੁੱਛਿਆ ਸੁੱਖ ਸ਼ਾਂਤੀ ਹੈ ਕਿਵੇਂ ਹੈ। ਕਹਿੰਦੀ ਕਿਵੇਂ ਦੱਸਾਂ ਪਾਪਾ, ਜੇ ਯਾਰ ਕੀ ਮੀਂਹ ਨਾ ਪਿਆ ਤੇ ਅਸੀਂ ਮਰ ਜਾਣਾ ਹੈ। ਉਹ ਆਂਦਾ ਵੀ ਕਿਉਂ? ਕਹਿੰਦੀ ਵੀ ਮੱਕੀ ਬੀਜੀ ਹੈ ਤੇ ਔੜ ਬੜੀ ਹੈ ਤੇ ਜੇ ਮੀਂਹ ਆ ਜਾਊਗਾ ਤੇ 4 ਟਾਂਡੇ ਹੋ ਜਾਣਗੇ ਤੇ ਜੇ ਮੀਂਹ ਨਾ ਪਿਆ ਤੇ ਟਾਂਡੇ ਸੁੱਕ ਜਾਣੇ ਹੈ। ਪੈਲੀ ਠੇਕੇ ਤੇ ਲਈ ਹੈ, ਠੇਕਾ ਅਗਲਿਆਂ ਨੇ ਲੈਣਾ ਹੈ ਤੇ ਫਿਰ ਮਰਾਂਗੇ, ਹੋਰ ਭੁੱਖ ਨਾਲ ਮਰਨਾ ਹੀ ਹੈ। ਜੇ ਤੇ ਮੀਂਹ ਆ ਗਿਆ, ਟਾਂਡੇ ਹੋ ਗਏ, 4 ਦਾਣੇ ਆ ਜਾਣਗੇ, ਛੱਲੀਆਂ ਵੇਚ ਲਵਾਂਗੇ ਤੇ ਫਿਰ ਬਚ ਜਾਵਾਂਗੇ, ਨਹੀਂ ਤੇ ਕਰਜ਼ਾ ਚੜ੍ਹ ਜਾਣਾ ਹੈ। ਚਲੋ 2 ਦਿਨ ਦੋਹਾਂ ਧੀਆਂ ਕੋਲ ਰਹਿ ਕੇ ਤੇ ਤੀਜੇ ਦਿਨ ਘਰੇ ਆ ਗਿਆ। ਆ ਕੇ ਝੋਲਾ ਮੰਜੇ ਤੇ ਰੱਖਿਆ, ਮੱਥੇ ਤੇ ਹੱਥ ਰੱਖ ਕੇ ਬਹਿ ਗਿਆ। ਘਰਵਾਲੀ ਪੁੱਛਦੀ ਵੀ ਕੀ ਹਾਲ ਧੀਆਂ ਦਾ? ਕਹਿੰਦਾ ਇੱਕ ਹੈ ਨਹੀਂ, ਜਾਂ ਟਾਂਡਿਆਂ ਵਾਲੀ ਤੇ ਜਾਂ ਭਾਂਡਿਆਂ ਵਾਲੀ। ਉਹ ਆਂਦੀ ਵੀ ਉਹ ਕੀ ਹੋ ਗਿਆ ਹੈ? ਕਹਿੰਦਾ ਜੇ ਮੀਂਹ ਆ ਗਿਆ ਤੇ ਫਿਰ ਭਾਂਡਿਆਂ ਵਾਲੀ ਹੈ ਨਹੀਂ, ਤੇ ਜੇ ਮੀਂਹ ਨਾ ਆਇਆ ਤੇ ਫਿਰ ਟਾਂਡਿਆਂ ਵਾਲੀ ਹੈ ਨਹੀਂ, ਦੋਵਾਂ ਦੇ ਵਿੱਚੋਂ ਇੱਕ ਹੈ ਨਹੀਂ ਗੀ। ਬਸ ਇਹੀ ਸਾਡੇ ਮਨ ਦਾ ਸੰਕਲਪ ਹੈ ਵੀ ਜੇ ਬੱਚੇ ਸੈੱਟ ਹੋ ਗਏ ਤੇ ਫਿਰ ਨਾਮ ਲਵਾਂਗੇ। ਸੈੱਟ ਕਰਦਿਆਂ 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 ਸਾਡੀ ਜ਼ਿੰਦਗੀ ਲੰਘ ਜਾਂਦੀ ਹੈ। ਬੰਦਾ ਕਹਿੰਦਾ ਘਰ ਪੈ ਗਿਆ ਤੇ ਫਿਰ ਥੋੜ੍ਹਾ ਟੈਨਸ਼ਨ ਫਰੀ ਹੋ ਕੇ ਇੱਕ ਰੱਬ ਦਾ ਕਮਰਾ ਵੱਖਰਾ ਬਣਾ ਕੇ ਉਹਦੇ ਵਿੱਚ ਬਹਿ ਕੇ ਸਹਿਜ ਪਾਠ ਕਰਿਆ ਕਰਾਂਗੇ। ਨਹੀਂ ਹੁੰਦਾ, ਕਮਰਾ ਤੇ ਬਣ ਜਾਂਦਾ ਹੈ, ਟੈਨਸ਼ਨਾਂ ਹੀ ਨਹੀਂ ਛੱਡਦੀਆਂ। ਕਹਿੰਦਾ ਕੰਮ ਬੜੇ ਹੈ। ਬਸ ਇਹਨਾਂ ਚੱਕਰਾਂ ਦੇ ਵਿੱਚ ਹੀ ਜ਼ਿੰਦਗੀ ਬੰਦੇ ਦੀ ਲੰਘ ਜਾਂਦੀ ਹੈ, ਮੌਕਾ ਹੀ ਨਹੀਂ ਮਿਲਦਾ। ਤੇ ਜਦੋਂ ਮੌਕਾ ਲੰਘ ਜਾਂਦਾ ਫਿਰ ਅਖੀਰਲਾ ਸਮਾਂ ਆਉਂਦਾ ਹੈ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਹੈ, ਕਹਿੰਦੇ ਕਹੋ ਕਬੀਰ ਤਬ ਹੀ ਨਰ ਜਾਗੇ, ਜਮ ਕਾ ਡੰਡ ਮੂੰਡ ਮੈਂ ਲਾਗੇ। ਮੂੰਡ ਕਹਿੰਦੇ ਸਿਰ। ਕਹਿੰਦੇ ਜਦੋਂ ਮੌਤ ਦਾ ਡੰਡਾ ਆ ਕੇ ਸਿਰ ਵਿੱਚ ਵੱਜਦਾ ਹੈ ਨਾ, ਫਿਰ ਬੰਦਾ ਜਾਗਦਾ ਹੈ। ਕਹਿੰਦਾ ਲੈ ਸਾਰੀ ਜ਼ਿੰਦਗੀ ਐਵੇਂ ਹੀ ਲੰਘਾਤੀ। ਜੇ ਪਤਾ ਸੀ ਨਾਲ ਕੁਝ ਨਹੀਂ ਜਾਣਾ ਤੇ ਕੁਝ ਨਾ ਕੁਝ ਕਰ ਲੈਂਦੇ, ਕਿਤੇ ਰੱਬ ਦਾ ਨਾਮ ਲੈ ਲੈਂਦੇ, ਪਰ ਸਮਾਂ ਲੰਘ ਗਿਆ। ਅਬ ਪਛਤਾਇਆ ਕਿਆ ਕਰੇ, ਜਬ ਚਿੜੀਆਂ ਚੁਗ ਗਈ ਖੇਤ। ਜਦੋਂ ਹੁਣ ਸਾਹ ਸਾਰੇ ਲੰਘ ਗਿਆ ਤੇ ਹੁਣ ਪਛਤਾਉਣ ਦਾ ਲਾਭ ਕੋਈ ਨਹੀਂ ਗਾ। ਸਤਿਗੁਰੂ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਦੇ ਆ, ਮੇਰੇ ਹੀਰ ਐ ਮੇਰੇ ਹਿਰਦੇ ਰਤਨ ਨਾਮ ਹਰ ਬਸਿਆ। ਪਰਮਾਤਮਾ ਦਾ ਕੀਮਤੀ ਰਤਨਾ ਵਰਗਾ ਨਾਮ ਜਿਹੜਾ ਸੱਚਾ ਗਿਆਨ ਹੈ ਉਹ ਤੇਰੇ ਅੰਦਰ ਉਦੋਂ ਵਸੇਗਾ, ਗੁਰ ਹਾਥ ਧਰਿਓ ਮੇਰੇ ਮਾਥਾ। ਜਦੋਂ ਗੁਰੂ ਨੇ ਤੇਰੇ ਮੱਥੇ ਦੇ ਉੱਪਰ ਹੱਥ ਰੱਖਿਆ। ਹੁਣ ਆਮ ਕਰਕੇ ਇਹ ਹੱਥ ਵਾਲੀ ਗੱਲ ਜਿਹੜੀ ਹੈ ਇਹ ਸਾਡੀ ਸਮਝ ਤੋਂ ਬਾਹਰ ਹੈ। ਆਪਾਂ ਕਹਿੰਦੇ ਵੀ ਗੁਰੂ ਨੇ ਉਹ ਹੱਡ ਮਾਸ ਦਾ ਹੱਥ ਸਿਰ ਤੇ ਰੱਖਣਾ ਹੈ ਤੇ ਫਿਰ ਗੱਲ ਬਣ ਜਾਣੀ ਹੈ। ਗੁਰੂ ਨਾਨਕ ਸਾਹਿਬ ਨੇ ਹੱਥ ਬਾਬੇ ਸ੍ਰੀ ਚੰਦ ਦੇ ਸਿਰ ਤੇ ਵੀ ਰੱਖਿਆ ਹੋਵੇਗਾ, ਬਾਬੇ ਲక్ష్ਮੀ ਦਾਸ ਦੇ ਸਿਰ ਤੇ ਵੀ, ਪਰ ਜਿਹੜੀ ਬਖਸ਼ਿਸ਼ ਭਾਈ ਲਹਿਣੇ ਨੂੰ ਪ੍ਰਾਪਤ ਹੈ ਉਹ ਕੱਲਾ ਹੱਥ ਰੱਖਣ ਦੇ ਨਾਲ ਨਹੀਂ।
ਹੱਥ ਤੇ ਬਾਬੇ ਪਿਰਥੀ ਚੰਦ ਦੇ ਸਿਰ ਤੇ ਵੀ ਗੁਰੂ ਰਾਮਦਾਸ ਨੇ ਰੱਖਿਆ ਸੀ, ਪਰ ਜਿਹੜੀ ਬਖਸ਼ਿਸ਼ ਗੁਰੂ ਅਰਜਨ ਸਾਹਿਬ ਦੇ ਉੱਪਰ ਹੈ ਉਹ ਪਿਰਥੀ ਚੰਦ ਦੇ ਉੱਪਰ ਨਹੀਂ। ਹੱਥ ਦਾ ਭਾਵ ਹੈ ਗੁਰੂ ਦਾ ਗਿਆਨ, ਗੁਰੂ ਵਾਲੀ ਅਕਲ, ਗੁਰੂ ਵਾਲੀ ਸਮਝ, ਗੁਰੂ ਵਾਲੀ ਮੱਤ। ਜਦੋਂ ਗੁਰੂ ਨੇ ਕਿਰਪਾ ਕਰਕੇ ਸਿਰ ਦੇ ਵਿੱਚ, ਉਹ ਦਿਮਾਗ ਦੇ ਵਿੱਚ ਆਪਣੀ ਮੱਤ ਪਾ ਦਿੱਤੀ, ਉਹ ਆਪਣੀ ਅਕਲ ਪਾ ਦਿੱਤੀ, ਆਪਣੀ ਬੁੱਧ ਪਾ ਦਿੱਤੀ, ਫਿਰ ਉਹ ਹਿਰਦਾ ਜਿਹੜਾ ਸੀ ਕੀਮਤੀ ਰਤਨਾਂ ਦੇ ਨਾਲ, ਕੀਮਤੀ ਗੁਣਾਂ ਦੇ ਨਾਲ ਭਰਪੂਰ ਹੋ ਗਿਆ। ਤੇ ਜਦੋਂ ਉਹ ਕੀਮਤੀ ਗੁਣ ਜਿਹੜੇ ਸੀ ਹਿਰਦੇ ਦੇ ਵਿੱਚ ਵਸ ਗਏ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ। ਜਿਹੜੇ ਜਨਮਾਂ ਜਨਮਾਂਤਰਾਂ ਦੇ ਲੰਬੇ ਸਮੇਂ ਤੋਂ ਜਿਹੜੇ ਮਨ ਦੇ ਅੰਦਰ ਸੀ ਪਾਪ ਤੇ ਪੁੰਨ, ਇਹ ਸੰਕਲਪ ਲਈ ਫਿਰਦਾ ਸੀ, ਜਨਮਾਂ ਜਨਮਾਂਤਰਾਂ ਤੋਂ ਜਿਹੜੇ ਮਾਨਸਿਕ ਰੋਗ ਲਈ ਫਿਰਦਾ ਸੀ, ਸਰੀਰਕ ਰੋਗ ਲਈ ਫਿਰਦਾ ਸੀ, ਉਹ ਸਾਰਿਆਂ ਦੀ ਸਮਝ ਲੱਗ ਗਈ, ਗਿਆਨ ਮਿਲ ਗਿਆ ਵੀ ਇਹ ਕਿਵੇਂ ਹੋਇਆ, ਸਾਰਾ ਕੁਝ ਕਿਵੇਂ ਹੈ, ਇਹ ਦੁੱਖ ਲੱਗੇ ਹੈ, ਕਿਵੇਂ ਇਹ ਮਨ ਦੇ ਉੱਪਰ ਪਾਪਾਂ ਦਾ ਬੋਝ ਹੈ। ਤੇ ਜਿਵੇਂ ਕਰਜ਼ੇ ਦਾ ਬੋਝ ਬੰਦੇ ਨੂੰ ਟਿਕਣ ਨਹੀਂ ਦਿੰਦਾ, ਜਦੋਂ ਕਰਜ਼ਾ ਚੁੱਕਿਆ ਹੋਵੇ ਨਾ, ਉਹ ਬੰਦਾ ਰਾਤ ਦਿਨ ਉਹਦੇ ਮਨ 'ਚ ਹੁੰਦਾ ਵੀ ਕਿਸੇ ਤਰੀਕੇ ਨਾਲ ਕਰਜ਼ਾ ਲੱਥ ਜਾਵੇ। ਤੇ ਦੁਨੀਆ ਦਾ ਕਰਜ਼ਾ ਬੰਦਾ ਮਿਹਨਤ ਕਰਕੇ ਲਾਹ ਵੀ ਲੈਂਦਾ ਹੈ, ਪਰ ਜਿਹੜਾ ਪਾਪਾਂ ਦਾ ਕਰਜ਼ਾ ਰੋਜ਼ ਦੇ ਰੋਜ਼ ਸਾਡੇ ਸਿਰ ਦੇ ਉੱਪਰ ਚੜ੍ਹਦਾ ਜਾਂਦਾ, ਉਹ ਸਗੋਂ ਵੱਧਦਾ ਜਾਂਦਾ। ਅਸੀਂ ਕਈ ਵਾਰੀ ਦੁਨੀਆ ਦਾ ਕਰਜ਼ਾ ਲਾਉਣ ਵਾਸਤੇ ਤੇ ਕਈ ਢੰਗ ਵਰਤਦੇ ਹਾਂ ਤੇ ਹੋਰ ਕਰਜ਼ਾਈ ਹੋ ਜਾਂਦੇ, ਪਾਪਾਂ ਦੇ ਕਰਜ਼ੇ ਨਾਲ ਭਰ ਜਾਂਦੇ, ਕਈ ਤਰ੍ਹਾਂ ਦੇ ਮਾੜੇ ਕਰਮ ਕਰਦੇ ਹਾਂ, ਮਾੜੀ ਸੋਚ ਜਿਹੜੀ ਸਾਡੇ ਅੰਦਰ ਉਹ ਹਾਵੀ ਹੋ ਜਾਂਦੀ ਹੈ। ਦੁਨੀਆ ਦਾ ਕਰਜ਼ਾ ਤੇ ਲੱਥ ਗਿਆ, ਪਰ ਜਿਹੜਾ ਉਹ ਰੱਬ ਦਾ ਕਰਜ਼ਾ ਸੀ, ਪਾਪਾਂ ਦਾ ਬੋਝ ਸੀ, ਉਹ ਸਗੋਂ ਦਿਨੋਂ ਦਿਨ ਭਾਰਾ ਹੁੰਦਾ ਗਿਆ। ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ, ਜਦੋਂ ਗੁਰੂ ਨੇ ਸੱਚਾ ਗਿਆਨ ਦਿੱਤਾ, ਸਮਝ ਦਿੱਤੀ, ਅਕਲ ਦਿੱਤੀ, ਚੰਗੀ ਮੱਤ ਦਿੱਤੀ, ਪਰਮੇਸ਼ਰ ਦਾ ਨਾਮ ਹਿਰਦੇ ਦੇ ਵਿੱਚ ਵਸ ਗਿਆ, ਫਿਰ ਉਹ ਮਨ ਜਿਹੜਾ ਸੀ ਉਹ ਪਾਪ ਕਰਨ ਵਾਲੇ ਪਾਸੇ ਤੋਂ ਹਟ ਗਿਆ, ਮਾੜੀ ਸੋਚ ਜਿਹੜੀ ਸੀ ਉਹ ਮਨ ਵਿੱਚੋਂ ਨਿਕਲ ਗਈ, ਤੇ ਉਹ ਜਿਹੜਾ ਵਿਕਾਰਾਂ ਦਾ ਜਿਹੜਾ ਕਰਜ਼ਾ ਸੀ ਉਹ ਸਾਰਾ ਲੱਥ ਗਿਆ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਐ ਮੇਰੇ ਮਨ, ਜਿਹੜਾ ਪ੍ਰਮਾਤਮਾ ਦਾ ਨਾਮ ਸਾਰੇ ਪਦਾਰਥ ਦੇਣ ਵਾਲਾ, ਉਹਦਾ ਸਿਮਰਨ ਕਰ। ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਬਿਨ ਨਾਵੇਂ ਜੀਵਨ ਬਿਰਥਾ। ਜਦੋਂ ਗੁਰੂ ਦੀ ਸੰਗਤ ਵਿੱਚ ਆਏ, ਗੁਰੂ ਨੇ ਕਿਰਪਾ ਕਰਕੇ ਨਾਮ ਬਾਰੇ ਸੋਝੀ ਦਿੱਤੀ, ਅਕਲ ਦਿੱਤੀ, ਚੰਗੇ ਗੁਣ ਮਨ ਦੇ ਵਿੱਚ ਵਸੇ, ਤੇ ਪਤਾ ਲੱਗ ਗਿਆ ਵੀ ਨਾਮ ਤੋਂ ਬਿਨਾਂ, ਗੁਰੂ ਦੇ ਸ਼ਬਦ ਤੋਂ ਬਿਨਾਂ, ਗੁਰੂ ਦੇ ਚੰਗੇ ਗੁਣਾਂ ਤੋਂ ਬਿਨਾਂ ਜਿਹੜਾ ਇਹ ਜੀਵਨ ਬੇਅਰਥ ਹੈ, ਕਿਸੇ ਕੰਮ ਦਾ ਨਹੀਂ। ਰਹਾਓ ਬਿਨ ਗੁਰ ਮੂੜ ਭਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਥ। ਹਜੂਰ ਕਹਿੰਦੇ ਗੁਰੂ ਦੀ ਸੰਗਤ ਤੋਂ ਬਿਨਾਂ, ਗੁਰੂ ਤੋਂ ਬਿਨਾਂ ਜਿਹੜਾ ਜੀਵਨ ਜਿਹੜਾ ਸੀ ਉਹ ਮਨ ਦੇ ਪਿੱਛੇ ਲੱਗ ਕੇ ਜਿਉਂਦਾ ਸੀ। ਗੁਰੂ ਧਾਰਨ ਦਾ ਮਤਲਬ ਹੁੰਦਾ ਹੈ ਗੁਰੂ ਦੇ ਪਿੱਛੇ ਲੱਗਣਾ, ਗੁਰੂ ਦੀ ਮੱਤ ਲੈਣੀ, ਗੁਰੂ ਦੀ ਅਕਲ ਲੈਣੀ। ਇਹ ਨਹੀਂ ਵੀ ਅੰਮ੍ਰਿਤ ਛਕ ਕੇ ਤੇ ਆਪਣੀ ਮੱਤ ਦਾ ਤਿਆਗ ਨਹੀਂ ਕਰਨਾ। ਅੰਮ੍ਰਿਤ ਛਕਣ ਦਾ ਭਾਵ ਹੁੰਦਾ ਇੱਕ ਗੁਰੂ ਦੇ ਬਣ ਕੇ ਰਹਿ ਜਾਣਾ, ਗੁਰੂ ਦੇ ਲੜ ਲੱਗ ਜਾਣਾ, ਗੁਰੂ ਦੇ ਹੁਕਮ ਵਿੱਚ ਚੱਲਣਾ, ਗੁਰੂ ਦੀ ਰਜ਼ਾ ਵਿੱਚ ਚੱਲਣਾ। ਅੰਮ੍ਰਿਤ ਛਕਣ ਦਾ ਮਤਲਬ ਇਹ ਨਹੀਂਗਾ ਕਿ ਅੰਮ੍ਰਿਤ ਛਕ ਕੇ ਤੇ ਜਿੱਥੇ ਮਰਜ਼ੀ ਤੁਰੇ ਫਿਰੀਏ, ਅਸੀਂ ਆਪਣੀਆਂ ਮਰਜ਼ੀਆਂ ਕਰੀਏ। ਜਿਵੇਂ ਇੱਕ ਜਿਹਨੇ ਫੌਜ ਦੀ ਵਰਦੀ ਪਾਈ ਹੈ, ਫੌਜ ਦਾ ਸਿਪਾਹੀ ਹੈ, ਉਹਦੇ ਤੇ ਫੌਜ ਦੇ ਕਾਨੂੰਨ ਲਾਗੂ ਹੈ। ਇੱਕ ਪੁਲਿਸ ਵਾਲਾ ਹੈ, ਉਹਦੇ ਪੁਲਿਸ ਦੀ ਵਰਦੀ ਪਾਈ, ਉਹਦੇ ਤੇ ਉਹ ਕਾਨੂੰਨ ਲਾਗੂ ਹੈ। ਇੱਕ ਬੱਚਾ ਸਕੂਲ ਦੇ ਵਿੱਚ, ਉਹਨੇ ਸਕੂਲ ਦੀ ਵਰਦੀ ਪਾਈ, ਉਹਦੇ ਤੇ ਸਕੂਲ ਦੇ ਕਾਨੂੰਨ ਲਾਗੂ ਹੈ। ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਦੀ ਵਰਦੀ ਪਾਉਣੀ ਹੈ, ਅੰਮ੍ਰਿਤ ਛਕਦੇ ਹਾਂ, ਗੁਰੂ ਵਾਲੇ ਬਣਦੇ ਹਾਂ, ਉਦੋਂ ਗੁਰੂ ਦੇ ਕਾਨੂੰਨ ਲਾਗੂ ਹੈ ਸਾਡੇ ਤੇ। ਉਹ ਗੁਰੂ ਦੀ ਮਰਿਆਦਾ ਦੇ ਵਿੱਚ ਚੱਲਣਾ ਹੈ, ਅਸੀਂ ਜੀਵਨ ਸੰਜਮ ਦੇ ਵਿੱਚ ਰੱਖਣਾ ਹੈ, ਆਪਣੇ ਜੀਵਨ ਨੂੰ ਗੁਰੂ ਦੀ ਰਜ਼ਾ ਦੇ ਵਿੱਚ ਚੱਲਣਾ ਹੈ, ਗੁਰੂ ਦੇ ਭਾਣੇ ਵਿੱਚ ਚੱਲਣਾ ਹੈ। ਤੇ ਜਿਹੜੇ ਗੁਰੂ ਦੀ ਰਜ਼ਾ ਦੇ ਵਿੱਚ ਚੱਲਦੇ, ਗੁਰੂ ਦੇ ਹੁਕਮ ਵਿੱਚ ਚੱਲਦੇ ਹੈ, ਇੱਕ ਦਿਨ ਉਹ ਫਿਰ ਸਾਹਿਬ ਕਿਰਪਾ ਕਰਦੇ, ਹੁਕਮ ਮੰਨੈ ਹੋਵੈ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨਿਆ, ਗੁਰੂ ਦੀ ਰਜ਼ਾ ਦੇ ਵਿੱਚ ਚੱਲੇ, ਫਿਰ ਇੱਕ ਦਿਨ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਟਿਕਾਣਾ ਮਿਲ ਗਿਆ, ਗੁਰੂ ਦੇ ਚਰਨਾਂ ਵਿੱਚ ਉਹਨਾਂ ਨੂੰ ਜਗ੍ਹਾ ਮਿਲ ਗਈ। ਤੇ ਸਾਹਿਬ ਕਹਿੰਦੇ ਬਿਨ ਗੁਰ ਮੂੜ ਭਏ ਹੈ ਮਨਮੁਖ। ਜਿਹੜੇ ਆਪਣੀਆਂ ਮਰਜ਼ੀਆਂ ਨਾਲ ਚੱਲਦੇ ਸੀ, ਆਪਣੇ ਮਨ ਦੇ ਪਿੱਛੇ ਚੱਲਦੇ ਸੀ, ਉਹ ਮੂਰਖ ਹੈ, ਮਨ ਦੇ ਪਿੱਛੇ ਚੱਲਣ ਵਾਲੇ।
ਤੇ ਮੋਹ ਮਾਇਆ ਨਿਤ ਫਾਥ। ਉਹ ਮਾਇਆ ਦੇ ਮੋਹ ਦੇ ਵਿੱਚ ਹੀ ਹਮੇਸ਼ਾ ਫਸੇ ਰਹਿੰਦੇ ਨੇ। ਉਹ ਤੇਲੀ ਦੇ ਬਲਦ ਵਾਂਗੂ ਜਿਹੜਾ ਸਾਰੀ ਜ਼ਿੰਦਗੀ, ਜਿਵੇਂ ਉਹ ਤੇਲੀ ਦਾ ਬਲਦ ਕੋਲੂ ਦੇ ਘੇਰੇ ਘੇਰੇ ਸਾਰੀ ਜ਼ਿੰਦਗੀ ਕੱਢ ਦਿੰਦਾ ਹੈ ਨਾ। ਬੈਲ ਤੇਲੀ ਕੋ ਜਾਣਤ ਕਈ ਕੋਸ ਚਲਤ, ਨੈਣ ਉਗਰਤ ਵਹੀ ਠਾਹੋ ਹੀ ਠਿਕਾਣੋ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਤੇਲੀ ਦਾ ਬੈਲ ਹੁੰਦਾ ਹੈ ਨਾ, ਉਹਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੰਦੇ ਆ ਤੇ ਸਾਰੀ ਦਿਹਾੜੀ ਕੋਲੂ ਦੇ ਘੇਰੇ 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 ਚੱਲੀ ਜਾਂਦਾ ਹੈ। ਤੇ ਮਨ ਦੇ ਵਿੱਚ ਸੋਚਦਾ ਬੜੀ ਦੂਰ ਚਲੇ ਗਿਆ ਹੋਣਾ, ਤੇ ਜਦੋਂ ਪੱਟੀ ਖੋਲ੍ਹਦੇ ਆ ਵੇਖਿਆ ਉੱਥੇ ਹੀ ਹੈ ਜਿੱਥੋਂ ਚੱਲਿਆ ਸੀ। ਬੰਦੇ ਦੀਆਂ ਅੱਖਾਂ ਤੇ ਮੋਹ ਦੀ ਪੱਟੀ ਵੱਜੀ ਹੈ ਤੇ ਸਾਰੀ ਜ਼ਿੰਦਗੀ ਪਰਿਵਾਰ ਦੇ ਕੋਲੂ ਦੇ ਘੇਰੇ ਘੇਰੇ ਤੁਰਿਆ ਆਉਂਦਾ ਹੈ। 70-80 ਸਾਲ ਲੰਘ ਗਏ, ਜਦੋਂ ਸੁਰਤ ਆਉਂਦੀ ਹੈ ਸੋਚਦਾ ਜਿੱਥੋਂ ਚੱਲਿਆ ਸੀ ਉੱਥੇ ਹੀ ਤੁਰਿਆ ਫਿਰਦਾ ਹੀ ਹਾਲੇ। ਜ਼ਿੰਦਗੀ ਬਹੁਤੀ ਲੰਘ ਗਈ ਪਰ ਖੱਟਿਆ ਕੁਝ ਨਹੀਂ। ਤਾਂ ਹੀ ਗੁਰੂ ਅਰਜਨ ਸਾਹਿਬ ਸਾਨੂੰ ਸਮਝਾਉਂਦੇ, ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ, ਈਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਸਹੇਲਾ, ਔਦ ਘਟੇ ਦਿਨ ਸਰੈਣਾ ਰੇ ਮਨ, ਗੁਰਮਿਲ ਕਾਜ ਸਵਾਰੇ। ਗੁਰੂ ਨੂੰ ਮਿਲ ਕੇ ਆਪਣੀ ਜੀਵਨ ਨੂੰ ਵੀ ਸਵਾਰ, ਜਿਵੇਂ ਆਪਣਾ ਘਰ ਸਵਾਰਦਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁਨੀਆਦਾਰੀ ਦੀਆਂ ਜ਼ਿੰਮੇਵਾਰੀਆਂ ਨਿਭਾਉਣਾ ਹੈ। ਤੇਰੀ ਹੋਰ ਵੀ ਜ਼ਿੰਮੇਵਾਰੀ ਹੈ। ਘਰ ਨੂੰ ਬੜਾ ਸਵਾਰਿਆ, ਸੋਹਣਾ ਮਹਿਲ ਬਣਾ ਲਿਆ, ਫਿਰ ਲੋਕਾਂ ਨੂੰ ਵਿਖਾਉਣਾ, ਸੱਜਣਾ ਮਿੱਤਰਾਂ ਨੂੰ ਵੇਖੋ ਆਪਾਂ ਮਿਹਨਤ ਕੀਤੀ ਹੈ ਤੇ ਅੱਜ ਕਿੱਡਾ ਵੱਡਾ ਮਹਿਲ ਬਣ ਗਿਆ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਜੀਂਦਿਆਂ ਠੀਕ ਹੈ ਮਹਿਲ ਤੇਰਾ ਹੈ, ਪਰ ਤੇਰੇ ਤੋਂ ਬਾਅਦ ਸਾਂਭਣ ਵਾਲੇ 4 ਹੋਰ ਖੜੇ ਹੈ। ਇਹ ਘਰ ਦੇ ਮਹਿਲ ਤੇਰਾ ਤਾਂ ਹੈ ਜੇ ਇੱਥੇ ਘਰ ਦੇ ਰੱਖਣ ਵੀ ਬਾਪੂ ਨੇ ਬੜੀ ਮਿਹਨਤ ਕੀਤੀ ਸੀ ਤੇ ਆਪਾਂ ਇੱਕ ਡਰਾਇੰਗ ਰੂਮ 'ਚ ਬਾਪੂ ਦਾ ਸੰਸਕਾਰ ਕਰਨਾ ਹੈ, ਖੜਿਆ ਉੱਥੇ ਜਿੱਥੇ ਰੇਹੜੀ ਲਾਉਣ ਵਾਲੀ ਨੂੰ ਖੜਿਆ ਸੀ। ਤੇ ਸਾਹਿਬ ਕਹਿੰਦੇ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਨਾ ਤਿਸਕੀ ਚਿੰਤਾ ਨਾਹੀ। ਅੱਗੇ ਵੀ ਇੱਕ ਘਰ ਹੈ ਜਿੱਥੇ ਜਾ ਕੇ ਤੂੰ ਰਹਿਣਾ ਹੈ, ਉਹਦੀ ਕਦੇ ਚਿੰਤਾ ਨਹੀਂ ਕੀਤੀ। ਤੇ ਸਾਹਿਬ ਕਿਰਪਾ ਕਰਦੇ ਨੇ, ਤਿਨ ਸਾਧੂ ਚਰਨ ਨਾ ਸੇਵੇ ਕਬਹੂ, ਤਿਨ ਸਭ ਜਨਮ ਸਨ ਅਕਾਥਾ। ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਸ਼ਬਦ ਨੂੰ ਜਿਨ੍ਹਾਂ ਨੇ ਪੜ੍ਹਿਆ ਨਹੀਂ, ਗੁਰੂ ਦੇ ਸ਼ਬਦ ਨੂੰ ਜਿਨ੍ਹਾਂ ਨੇ ਕਮਾਇਆ ਨਹੀਂ, ਜਿਨ੍ਹਾਂ ਨੇ ਗੁਰੂ ਦੇ ਕੋਲੋਂ ਚੰਗੇ ਗੁਣ ਲੈ ਕੇ ਚੰਗੀ ਅਕਲ ਲੈ ਕੇ ਜ਼ਿੰਦਗੀ ਨੂੰ ਨਹੀਂ ਜੀਆ, ਉਹਨਾਂ ਦਾ ਇਹ ਸਾਰਾ ਜਨਮ ਅਕਾਰਥ ਚਲਿਆ ਗਿਆ। ਗੁਰੂ ਤੇਗ ਬਹਾਦਰ ਸਾਹਿਬ ਨੇ ਵੀ, ਜਦੋਂ ਆਪਾਂ 57 ਸ਼ਲੋਕ ਮਹਾਰਾਜ ਦੇ ਭੋਗ ਦੇ ਪੜ੍ਹਦੇ ਹਾਂ ਤੇ ਪਹਿਲੇ ਸ਼ਲੋਕ ਦੇ ਵਿੱਚ ਸਤਿਗੁਰਾਂ ਨੇ ਅਕਾਰਥ ਦੀ ਗੱਲ ਕੀਤੀ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਜੇ ਰੱਬ ਦੇ ਗੁਣ ਨਹੀਂ ਗਾਏ, ਉਹਨਾਂ ਗੁਣਾਂ ਨੂੰ ਜ਼ਿੰਦਗੀ ਵਿੱਚ ਲਾਗੂ ਨਹੀਂ ਕੀਤਾ, ਤੇਰਾ ਜਨਮ ਅਕਾਰਥ ਹੀ ਚਲਿਆ ਗਿਆ। ਇਹਨੂੰ ਸਕਾਰਥ ਕਰਨਾ ਸੀ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸਨਾਥਾ। ਜਿਨ੍ਹਾਂ ਨੇ ਗੁਰੂ ਦੇ ਸ਼ਰਨ ਵਿੱਚ ਆ ਕੇ ਗੁਰੂ ਦੇ ਸ਼ਬਦ ਨੂੰ ਪੜ੍ਹਿਆ, ਗੁਰੂ ਦੇ ਸ਼ਬਦ ਨੂੰ ਕਮਾਇਆ, ਤੇ ਤਿਨ ਸਫਲਿਓ ਜਨਮ ਸਨਾਥਾ, ਉਹਨਾਂ ਦਾ ਜਨਮ ਸਫਲਾ ਹੋ ਗਿਆ। ਸਨਾਥਾ ਹੁੰਦਾ ਨਾਥ ਵਾਲੇ, ਖਸਮ ਵਾਲੇ, ਉਹ ਖਸਮ ਵਾਲੇ ਬਣ ਗਏ। ਤੇ ਜਿਹੜੇ ਖਸਮ ਤੋਂ ਬਿਨਾਂ ਹੁੰਦੇ ਆ, ਭਾਈ ਸਾਹਿਬ ਭਾਈ ਵੀਰ ਸਿੰਘ ਦਾ ਇੱਕ ਬੜਾ ਸੋਹਣਾ ਕਵਿਤ, ਕਹਿੰਦੇ ਕੁੱਤਾ ਦਰ ਦਰ ਫਿਰੇ ਦਰ ਦਰ ਦੁਰ ਦੁਰ ਹੋਏ, ਜੇ ਏਕ ਦਰ ਕਾ ਹੋ ਰਹੇ ਤਾਂ ਕਿਉਂ ਦੁਰ ਦੁਰ ਹੋਏ। ਕੁੱਤਾ ਹੈ ਨਾ ਜਿਹੜਾ ਤੇ ਮਾਲਕ ਦਾ ਹੁੰਦਾ ਹੈ, ਮਾਲਕ ਦਾ ਵਫਾਦਾਰ, ਮਾਲਕ ਦਾ ਪਟਾ ਗਲ ਦੇ ਵਿੱਚ, ਮਾਲਕ ਉਹਨੂੰ ਸਮੇਂ ਸਿਰ ਖੁਰਾਕ ਵੀ ਦਿੰਦਾ ਹੈ, ਨਵਾਉਂਦਾ ਧਵਾਉਂਦਾ ਵੀ ਹੈ, ਉਹਨੂੰ ਸੈਰ ਵੀ ਕਰਾਉਂਦਾ ਹੈ। ਤੇ ਜਿਹੜਾ ਅਵਾਰਾ ਹੁੰਦਾ, ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ, ਉਹਨੂੰ ਡਾਂਗਾਂ ਹੀ ਵੱਜਦੀਆਂ। ਜੇ ਇੱਕ ਮਾਲਕ ਦਾ ਬਣ ਕੇ ਰਵੇਂਗਾ ਤੇ ਤੇਰੀ ਕਦਰ ਪਵੇਗੀ। ਜੇ ਜਿਹੜਾ ਦਰਵਾਜ਼ਾ ਖੁੱਲ੍ਹਾ ਦੇਖਿਆ ਉੱਧਰ ਹੀ ਤੁਰ ਪਿਆ, ਫਿਰ ਮੂੰਹ ਤੇ ਫਟਕਾਰਾਂ ਹੀ ਪੈਣਗੀਆਂ, ਫਿਰ ਤੂੰ ਖਸਮ ਵਾਲਾ ਨਹੀਂ ਬਣੇਗਾ। ਤੇ ਸਾਹਿਬ ਕਿਰਪਾ ਕਰਦੇ ਨੇ ਕਿ ਅਸਲ ਦੇ ਵਿੱਚ ਉਹ ਖਸਮ ਵਾਲੇ ਨੇ ਜਿਹੜੇ ਗੁਰੂ ਦੇ ਹੁਕਮ ਵਿੱਚ, ਗੁਰੂ ਦੀ ਰਜ਼ਾ ਵਿੱਚ ਚੱਲਦੇ ਨੇ। ਮੋਹ ਕੋ ਕੀਜੇ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਾਥਾ। ਇਹ ਜਗਤ ਦੇ ਮਾਲਕ ਮੇਰੇ ਤੇ ਕਿਰਪਾ ਕਰ, ਜਿਹੜੇ ਤੇਰੇ ਦਾਸ ਹੈ ਉਹਨਾਂ ਦੇ ਦਾਸਾਂ ਦਾ ਵੀ ਦਾਸ ਮੈਨੂੰ ਬਣਾ ਲੈ। ਇੰਨੀ ਨਿਮਰਤਾ ਦੇ ਨਾਲ ਬੇਨਤੀ ਗੁਰੂ ਚਰਨਾਂ ਵਿੱਚ ਕੀਤੀ ਕਿ ਜਿਹੜੇ ਤੇਰੇ ਘਰ ਦੇ ਦਾਸ ਨੇ, ਤੇਰੀ ਸੇਵਾ ਕਰਨ ਵਾਲੇ ਨੇ, ਤੇਰਾ ਸਿਮਰਨ ਕਰਨ ਵਾਲੇ ਨੇ, ਜਿਹੜਿਆਂ ਦੇ ਕੋਲ ਤੇਰੀ ਮੱਤ ਹੈ, ਅਕਲ ਹੈ, ਉਹਨਾਂ ਦੇ ਦਾਸਾਂ ਦਾ ਵੀ ਮੈਨੂੰ ਦਾਸ ਬਣਾ ਲੈ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ। ਅਸੀਂ ਅਗਿਆਨਤਾ ਕਰਕੇ ਅੰਨੇ ਹੈ,
ਤੇਰੇ ਦੱਸੇ ਹੋਏ ਮਾਰਗ ਤੇ ਚੱਲ ਨਹੀਂ ਸਕਦੇ। ਜਿਵੇਂ ਅੰਨਾ ਬੰਦਾ ਜਿਹਨੂੰ ਦਿਸਦਾ ਨਹੀਂ, ਤੇ ਉਹ ਫਿਰ ਕਈ ਵਾਰੀ ਕਿਸੇ ਅੱਖਾਂ ਵਾੜੇ ਦਾ ਤਰਲਾ ਮਾਰਦਾ ਏ ਵੀ ਮੇਰੀ ਆ ਬਾਹ ਫੜ ਕੇ ਮੈਨੂੰ ਫਲਾਨੀ ਜਗ੍ਹਾ ਤੇ ਮੇਰੇ ਘਰ ਤੱਕ ਪਹੁੰਚਾ ਦਿਓ। ਤੇ ਉਹ ਅੱਖਾਂ ਵਾਲਾ ਜਦੋਂ ਉਹਦੀ ਬਾਹ ਪਕੜਦਾ ਏ, ਉਹ ਅੰਨਾ ਬੰਦਾ ਫਿਰ ਉਹਦੇ ਪਿੱਛੇ ਬੇਝਿਜਕ ਹੋ ਕੇ ਤੁਰ ਪੈਂਦਾ ਏ। ਉਹ ਜਿੱਧਰ ਨੂੰ ਲਿਜਾਂਦਾ ਉਧਰ ਨੂੰ ਤੁਰਿਆ ਜਾਂਦਾ। ਉਹ ਕਦੇ ਨਹੀਂ ਕਹਿੰਦਾ ਮੈਨੂੰ ਕਿੱਥੇ ਲੈ ਕੇ ਚੱਲਿਆ ਏ, ਕਿਉਂਕਿ ਉਹਨੂੰ ਪਤਾ ਇਹ ਅੱਖਾਂ ਵਾਲਾ ਮੈਨੂੰ ਮੇਰੀ ਮੰਜ਼ਿਲ ਤੇ ਪਹੁੰਚਾ ਦੇਵੇਗਾ। ਅਸੀਂ ਪੱਲਾ ਤੇ ਗੁਰੂ ਦਾ ਪਕੜਨਾ ਚਾਹੁੰਦੇ ਹਾਂ, ਪਰ ਚਾਹੁੰਦੇ ਹਾਂ ਗੁਰੂ ਸਾਡੀ ਮਰਜ਼ੀ ਨਾਲ ਚੱਲੇ। ਅਸੀਂ ਜਿੱਥੇ ਗੁਰੂ ਨੂੰ ਖੜੀਏ ਗੁਰੂ ਉੱਥੇ ਜਾਵੇ, ਜੋ ਗੁਰੂ ਨੂੰ ਕਹੀਏ ਗੁਰੂ ਸਾਡੀ ਮੰਨੇ। ਨਹੀਂ, ਅੰਨਾ ਬੰਦੇ ਨੇ ਸਜਾਖੇ ਨੂੰ ਬਾਹ ਫੜਾਈ, ਉਹਦੀ ਆਗਿਆ ਦਾ ਪਾਲਣ ਕੀਤਾ ਤੇ ਮੰਜ਼ਿਲ ਤੇ ਪਹੁੰਚ ਗਿਆ। ਤੂੰ ਗੁਰੂ ਦਾ ਪੱਲਾ ਪਕੜ ਕੇ ਗੁਰੂ ਦੀ ਆਗਿਆ ਦਾ ਪਾਲਣ ਕਰੇਗਾ, ਗੁਰੂ ਦੀ ਰਜ਼ਾ ਵਿੱਚ ਚੱਲੇਗਾ, ਤੂੰ ਵੀ ਮੰਜ਼ਿਲ ਤੇ ਪਹੁੰਚ ਜਾਵੇਗਾ, ਨਹੀਂ ਤੇ ਭਟਕਦਾ ਰਵੇਂਗਾ। ਅਸੀਂ ਬਾਹਾਂ ਵੀ ਅੰਨਿਆਂ ਨੂੰ ਹੀ ਫੜਾਉਣੇ ਆ। ਦੋ ਅੰਨੇ ਸੀ ਨਾ, ਇੱਕ ਅੰਨਾ ਜਿਹੜਾ ਸੀ ਉਹ ਉੱਚੀ ਉੱਚੀ ਰੋ ਰਿਹਾ ਸੀ, ਕਹਿੰਦਾ ਮੇਰੇ ਕੋਲ ਚੂਰੀ ਦਾ ਡੱਬਾ ਏ, ਜਿਹੜਾ ਮੈਨੂੰ ਮੇਰੀ ਮੰਜ਼ਿਲ ਤੇ ਪਹੁੰਚਾ ਦੇਵੇਗਾ ਮੈਂ ਉਹਨੂੰ ਇਨਾਮ ਵਜੋਂ ਚੂਰੀ ਦੇਵਾਂਗਾ। ਦੂਜਾ ਅੰਨਾ ਜਿਹੜਾ ਸੀ ਉਹ ਸ਼ੈਤਾਨ ਸੀ, ਥੋੜ੍ਹਾ ਜਿਹਾ ਭੁੱਖ ਉਹਨੂੰ ਵੀ ਲੱਗੀ ਸੀ। ਉਹਨੇ ਕਿਹਾ ਵੀ ਮੈਂ ਅੱਖਾਂ ਵਾਲਾ, ਮੈਂ ਤੈਨੂੰ ਮੰਜ਼ਿਲ ਤੇ ਪਹੁੰਚਾ ਦਿੰਦਾ ਏ, ਪਰ ਸ਼ਰਤ ਇਹ ਹੈ ਵੀ ਚੂਰੀ ਪਹਿਲਾਂ ਖਾਣੀ ਹੈ ਮੈਂ। ਉਹ ਕਹਿੰਦਾ ਕੋਈ ਗੱਲ ਨਹੀਂ। ਉਹ ਕਹਿੰਦਾ ਵੀ ਚੱਲ ਮੈਂ ਤੇਰੇ ਕੋਲ ਆ ਗਿਆ। ਉਹ ਸ਼ੈਤਾਨ ਅੰਨਾ ਜਿਹੜਾ ਸੀ ਉਹਨੇ ਪੈਰਾਂ ਦੀ ਆਹਟ ਸੁਣ ਕੇ, ਉਹ ਖੜਾਕ ਸੁਣ ਕੇ ਤੇ ਉਸ ਅੰਨੇ ਕੋਲ ਪਹੁੰਚ ਗਿਆ। ਉਹਦੇ ਤੋਂ ਡੱਬਾ ਲਿਆ ਚੂਰੀ ਦਾ, ਚੂਰੀ ਖਾ ਲਈ। ਕਹਿੰਦਾ ਲਿਆ ਹੱਥ ਫੜਾ ਮੈਨੂੰ ਹੁਣ ਉਹ ਅੰਨਾ ਖੁਸ਼, ਦੋਵੇਂ ਅੰਨੇ ਖੁਸ਼ ਸੀ। ਇੱਕ ਨੂੰ ਚੂਰੀ ਮਿਲ ਗਈ, ਦੂਜੇ ਨੇ ਇਹ ਸੋਚਿਆ ਵੀ ਮੈਂ ਸਜਾਖੇ ਨੂੰ ਬਾਹ ਫੜਾਤੀ ਹੈ, ਇਹ ਮੈਨੂੰ ਮੰਜ਼ਿਲ ਤੇ ਪਹੁੰਚਾ ਦੇਵੇਗਾ। ਦੋਵੇਂ ਤੁਰ ਪਏ। ਅੱਗੇ ਮੌਣ ਤੋਂ ਬਿਨਾਂ ਸੁੱਕਾ ਖੂਹ ਸੀ ਛੋਟਾ ਜਿਹਾ, ਦੋਵੇਂ ਧੜਮ ਕਰਕੇ ਉਹਦੇ ਵਿੱਚ ਡਿੱਗ ਪਏ। ਹੁਣ ਉਹ ਜਿਹੜਾ ਅੰਨਾ ਸੀ ਜਿਹਨੇ ਬਾਹ ਫੜਾਈ ਸੀ, ਉਹ ਕਹਿੰਦਾ ਅੱਗੇ ਤੇ ਆਂਦਾ ਮੈਂ ਰਸਤਾ ਹੀ ਭਟਕਿਆ ਸੀ, ਹੁਣ ਪਤਾ ਨਹੀਂ ਕਿਹੜੇ ਖੂਹ ਦੇ ਵਿੱਚ ਸੁੱਟ ਦਿੱਤਾ ਈ। ਉਹ ਕਹਿੰਦਾ ਰੋ ਨਾ, ਮੈਂ ਵੀ ਤੇਰੇ ਨਾਲ ਹੀ ਹਾਂ। ਕਹਿੰਦਾ ਤੂੰ ਤੇ ਅੱਖਾਂ ਵਾਲਾ ਸੀ। ਕਹਿੰਦਾ ਨਹੀਂ, ਮੈਂ ਵੀ ਅੰਨਾ ਹੀ ਸੀ। ਕਹਿੰਦਾ ਫਿਰ ਮੇਰੀ ਚੂਰੀ ਕਿਉਂ ਖਾਧੀ? ਕਹਿੰਦਾ ਜੇ ਸੱਚ ਦੱਸ ਦਿੰਦਾ ਫਿਰ ਚੂਰੀ ਨਹੀਂ ਸੀ ਦੇਣੀ ਤੂੰ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਕੋਲ ਆਉਂਦੇ ਆ ਨਾ, ਅਸੀਂ ਤੁਹਾਨੂੰ ਮੰਜ਼ਿਲ ਤੇ ਪਹੁੰਚਾ ਦੇਵਾਂਗੇ, ਇੰਨੀ ਗ੍ਰਾਹੀ ਦੇ ਦਿਓ, ਇੰਨਾ ਕੁਛ ਦੇ ਦਿਓ, ਹੈ ਉਹ ਵੀ ਹੈ ਨਹੀਂ ਹੈ। ਅਸੀਂ ਉਹਨਾਂ ਨੂੰ ਬਾਹਾਂ ਫੜਾ ਬੈਠੇ ਹਾਂ। ਉਹਨਾਂ ਨੇ ਚੂਰੀ ਵੀ ਖਾ ਲਈ ਤੇ ਸੁੱਟ ਵੀ ਟੋਏ ਦੇ ਵਿੱਚ ਦਿੱਤਾ, ਮਾਰਗ ਤੇ ਉਹਨਾਂ ਵੀ ਨਹੀਂ ਪਾਇਆ ਸਾਨੂੰ। ਰਸਤੇ ਤੇ ਗੁਰੂ ਨੇ ਪਾਉਣਾ ਸੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪੱਲਾ ਪਕੜਨਾ ਸੀ। ਤੇ ਜਦੋਂ ਗੁਰੂ ਦੀ ਬਾਣੀ ਨੂੰ ਸਮਝ ਦੇ ਨਾਲ ਪੜ੍ਹਦੇ, ਫਿਰ ਗੁਰੂ ਨੇ ਬਾਹ ਪਕੜ ਕੇ ਤੈਨੂੰ ਮੰਜ਼ਿਲ ਤੱਕ ਖੜਨਾ ਸੀ। ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ। ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚੱਲਹਿ ਮਿਲੰਥਾ। ਮੈਨੂੰ ਅੰਨੇ ਨੂੰ ਕਿਰਪਾ ਕਰਕੇ ਆਪਣਾ ਗਿਆਨ ਦਾ ਪੱਲਾ ਪਕੜਾ ਦਿਓ, ਤਾਂ ਕਿ ਮੈਂ ਤੇਰੇ ਕਦਮ ਨਾਲ ਕਦਮ ਮਿਲਾ ਕੇ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂ। ਇਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਸਤਿਗੁਰੂ ਜੀ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਦਰੋਂ ਕਰੋ ਨਾਮਦਾਨ ਗੁਰਸਿੱਖੀ ਵਾਲੇ ਜੀਵਨ ਬਖਸ਼ਣ, ਆਪਣੇ ਚਰਨਾਂ ਦਾ ਪਿਆਰ ਬਖਸ਼ਣ, ਜਿਸ ਸਦਕਾ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰੂ ਜੀ ਕਿਰਪਾ ਕਰਨ। ਵੀਰਾਂ ਨੂੰ ਬੇਨਤੀ ਹੈ ਕਿ ਗੁਰੂ ਕੇ ਖਜ਼ਾਨਿਆਂ ਦੀ ਅੱਜ ਗਿਣਤੀ ਹੋਣੀ ਹੈ, ਸੋ ਥੋੜ੍ਹਾ ਸਮਾਂ ਨਾਲ ਸੇਵਾ ਦੇ ਵਿੱਚ ਹਿੱਸਾ ਪਾਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ, ਸਤਿਨਾਮ।